ਮੰਜ਼ਿਲ ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਏ। ਮੰਜ਼ਿਲ ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਏ। ਜਿੰਨਾ ਚਿਰ ਕਹਾਣੀ ਨਹੀਂ ਚੰਗੀ ਹੈਗੀ ਉਹਨਾਂ ਚਿਰ ਜਿੱਡਾ ਮਰਜ਼ੀ ਤਕੜਾ ਐਕਟਰ ਹੋਵੇ ਉਹ ਫਿਲਮ ਦੇ ਵਿੱਚ ਉਹ ਕੋਈ ਦਮ ਨਹੀਂ ਹੁੰਦਾ। ਸੋ ਇਦਾਂ ਹੀ ਗੀਤ ਹੁੰਦੇ ਆ, ਗੀਤਾਂ ਵਿੱਚ ਅਗਰ ਜੇ ਤੁਹਾਡੇ ਦਮ ਨਾ ਹੋਊਗਾ ਤੁਸੀਂ ਜਿੰਨਾ ਮਰਜ਼ੀ ਤੁਹਾਡੀ ਚੰਗੀ ਵੋਕਲ ਆ ਉਹਦਾ ਇੰਨਾ ਅਸਰ ਨਹੀਂ ਹੁੰਦਾ। ਤੋਂ ਨਾ ਬਾਵਾਂ ਤੋਂ ਤੱਕ ਚੜ ਜਾਂਦੇ ਸੀ ਜੋ ਚਾਵਾਂ ਤੋਂ, ਮਹਿਫਲਾਂ ਤੇ ਕੀਤੇ ਇਹਸਾਨ ਬੜੇ, ਰੁਸ਼ਨਾਏ ਚਿਹਰੇ ਸੀ ਬੇਜਾਨ ਬੜੇ, ਵਸੀ ਦਿਲਾਂ 'ਚ ਸੀ ਰੂਏ ਇਹਨਾਂ ਹੱਥਾਂ ਨਾਲ ਛੂਏ ਅਸਮਾਨ ਬੜੇ। ਆਲਾ ਦੁਆਲਾ ਉੱਦਾਂ ਦਾ ਹੀ ਰੱਖਿਆ ਮੈਂ ਜੀ ਕਿ ਜਿਹਨਾਂ ਵਿੱਚ ਸੰਗੀਤ ਦੀਆਂ ਹੀ ਗੱਲਾਂ ਹੋਣ। ਦੇਖ ਦੇਖਤਾ ਰਹਿ ਗਿਆ ਆਪਕੋ ਦੇਖ ਕਰ ਦੇਖਤਾ ਰਹਿ ਗਿਆ। ਬਾਲੀਵੁੱਡ ਦੇ ਗਾਣੇ ਪੁਰਾਣੇ ਮੁਹੰਮਦ ਰਫੀ ਸਾਹਿਬ, ਕਿਸ਼ੋਰ ਜੀ, ਸੋਨੂ ਨਿਗਮ ਜੀ, ਇਹ ਸਾਰਿਆਂ ਨੂੰ ਸੁਣਨਾ, ਉਹਦੇ ਵਿੱਚ ਜੋ ਮੈਲੋਡੀ ਜੀ ਉਹ ਗਾਉਂਦੇ ਆ ਉੱਦਾਂ ਦੀਆਂ ਟਰਾਈ ਕਰਿਓ। ਮੇਰੀ ਜ਼ੋਹਰਾ ਜ਼ਬੀ ਤੁਝੇ ਮਾਲੂਮ ਨਹੀਂ ਤੂੰ ਅਭੀ ਤੱਕ ਹੈ ਹਸੀ ਔਰ ਮੈਂ ਜਵਾਨ, ਤੁ ਪੇ ਕੁਰਬਾਨ ਮੇਰੀ ਜਾਨ ਮੇਰੀ ਜਾਨ। ਮੌਜ ਮੇਲੇ ਤੇ ਮਜ਼ਾ ਕਦੇ ਐਵੇਂ ਬੇਵਜ੍ਹਾ ਮਿਲੀ ਲੱਗਦੀ ਸਜ਼ਾ, ਜਿਵੇਂ ਇਹ ਜ਼ਿੰਦਗੀ ਰਜ਼ਾ ਤੇ ਵਜ੍ਹਾ ਹੋਵੇ ਤਾਂ ਜਾ ਕੇ ਕਿਤੇ ਫੇਰ ਮਿਲੇ ਜੀ। ਇਹ ਜ਼ਿੰਦਗੀ ਹੀਰੇ ਦੀ ਅਜ਼ਮਾਇਸ਼ ਬੜੀ ਹੁੰਦੀ ਹੈ ਜੀ, ਪੈਸੇ ਦੀ ਗਰਮਾਇਸ਼ ਬੜੀ। ਕਿਉਂਕਿ ਅੱਜ ਦੇ ਸਮੇਂ ਵਿੱਚ ਤੁਸੀਂ ਸਿੰਗਰ ਵੀ ਹੋਣਾ ਚਾਹੀਦਾ, ਤੁਸੀਂ ਰਾਈਟਰ ਵੀ ਹੋਵੋ, ਤੁਸੀਂ ਫਾਈਨੈਂਸ਼ਲੀ ਵੀ ਤਕੜੇ ਹੋਵੋ, ਤੁਸੀਂ ਸਭ ਕੁਝ ਹੀ ਹੋਵੋ, ਫਿਰ ਤਾਂ ਤੁਸੀਂ ਮਤਲਬ ਕਹਿ ਲਓ ਕਿ ਪਲੇਟ ਤੇ ਸਭ ਕੁਝ ਬਣ ਕੇ ਆ ਗਿਆ ਜੀ। ਔਰ ਜੇ ਮੈਨੂੰ ਲੱਗਦਾ ਕਿ ਜੇ ਇੱਦਾਂ ਦਾ ਮੈਂ ਹੁੰਦਾ ਤਾਂ ਸ਼ਾਇਦ ਮੈਂ ਗਾਣਾ ਵੀ ਲਿਖਿਆ ਹੋਣੇ, ਕਿਉਂਕਿ ਜੋ ਹਾਲਾਤ ਹੈ ਨਾ ਇਹ ਹੰਢਾ ਕੇ ਲਿਖ ਹੋਏ ਆ, ਮੇਰੇ ਤੋਂ ਮੈਂ ਕਿਤਾਬਾਂ ਪੜ੍ਹ ਕੇ ਨਹੀਂ ਲਿਖ ਹੋਇਆ। ਨਿੱਕੀ ਰਾਤ ਤੇ ਲੰਬੀ ਕਹਾਣੀ ਹੁੰਦੀ ਸੀ, ਇੱਕ ਰਾਜਾ ਹੁੰਦਾ ਸੀ ਤੇ ਇੱਕ ਰਾਣੀ ਹੁੰਦੀ ਸੀ, ਉੱਤੇ ਤਾਰਿਆਂ ਨੇ ਛਤਰੀ ਜੀ ਤਾਣੀ ਹੁੰਦੀ ਸੀ, ਖੁੱਲ੍ਹੇ ਵਿਹੜੇ ਹੁੰਦੇ ਸੀ ਤੇ ਆਉਣੀ ਜਾਣੀ ਹੁੰਦੀ ਸੀ। ਕਿਵੇਂ ਦੀਆਂ ਲੱਗੀਆਂ ਇਹ ਸਤਰਾਂ? ਸੱਚ ਜਾਣਿਓ ਇਹਨਾਂ ਸਤਰਾਂ ਨੇ ਮੇਰੇ ਅੰਦਰ 35 ਸਾਲ ਪਹਿਲਾਂ ਦੀ ਇੱਕ ਤਰੰਗ ਜਿਹੀ ਨੂੰ ਠੂੰਗਾ ਮਾਰਿਆ। ਇਹ ਸਤਰਾਂ ਕਿਸ ਨੇ ਲਿਖੀਆਂ, ਇਹ ਸਤਰਾਂ ਕਿਸ ਨੇ ਗੁਣਗੁਣਾਈਆਂ ਤੇ ਕਿਸ ਨੇ ਗਾਈਆਂ? ਆਓ ਤੁਹਾਨੂੰ ਪਹਿਲਾਂ ਸਿੱਧੀਆਂ ਇਹ ਸਤਰਾਂ ਸੁਣਾਉਂਦੇ ਹਾਂ, ਉਸ ਤੋਂ ਬਾਅਦ ਉਸ ਮਹਿਮਾਨ ਦਾ ਕਰਾਂਗੇ ਸਵਾਗਤ, ਤੁਹਾਡੇ ਨਾਲ ਕਰਾਂਗੇ ਰੂਬਰੂ ਜੀ। ਨਿੱਕੀ ਰਾਤ ਤੇ ਲੰਬੀ ਕਹਾਣੀ ਹੁੰਦੀ ਸੀ, ਨਿੱਕੀ ਰਾਤ ਤੇ ਲੰਬੀ ਕਹਾਣੀ ਹੁੰਦੀ ਸੀ, ਇੱਕ ਰਾਜਾ ਹੁੰਦਾ ਸੀ ਇੱਕ ਰਾਣੀ ਹੁੰਦੀ ਸੀ, ਉੱਤੇ ਤਾਰਿਆਂ ਨੇ ਛਤਰੀ ਜਿਹੀ ਤਾਣੀ ਹੁੰਦੀ ਸੀ, ਵਿਹੜੇ ਖੁੱਲੇ ਹੁੰਦੇ ਸੀ ਤੇ ਆਉਣੀ ਜਾਣੀ ਹੁੰਦੀ ਸੀ, ਜਿਵੇਂ ਕੱਲ ਦੀ ਇਹ ਗੱਲ ਪਰ ਕਿੱਥੇ ਅੱਜ ਕੱਲ, ਜੋ ਰੁੱਤਾਂ ਮਾਣਦੇ ਹੁੰਦੇ ਸੀ ਹਾਣੀ ਹਾਣਦੇ ਹੁੰਦੇ ਸੀ, ਜਦੋਂ ਫੁੱਲ ਪਰ ਉਮਰ ਨਿਆਣੀ ਹੁੰਦੀ ਸੀ, ਨਿੱਕੀ ਰਾਤ ਤੇ ਲੰਬੀ ਕਹਾਣੀ ਹੁੰਦੀ ਸੀ, ਇੱਕ ਰਾਜਾ ਹੁੰਦਾ ਸੀ ਤੇ ਇੱਕ ਰਾਣੀ ਹੁੰਦੀ ਸੀ। ਨਵੀਂ ਨਵੀਂ ਦੁਨੀਆ ਤੇ ਨਵੇਂ ਨਵੇਂ ਰਾਹ ਸੀ, ਨਵੀਂ ਨਵੀਂ ਦੁਨੀਆ ਤੇ ਨਵੇਂ ਨਵੇਂ ਰਾਹ ਸੀ, ਕੱਲ ਦੀ ਨਾ ਫਿਕਰ ਕੋਈ ਅੱਜ ਦੇ ਹੀ ਚਾਹ ਸੀ, ਹਰ ਪਲ ਚ ਤਮਾਸ਼ੇ ਕਿਤੇ ਰੋਣੇ ਕਦੀ ਹਾਸੇ, ਹਰ ਪਲ ਚ ਤਮਾਸ਼ੇ ਕਿਤੇ ਰੋਣੇ ਕਦੀ ਹਾਸੇ, ਧੁੱਪੇ ਤਪਦੇ ਹੁੰਦੇ ਸੀ ਕੋਠੇ ਟੱਪਦੇ ਤੇ ਹਰ ਗਲੀ ਛਾਣੀ ਹੁੰਦੀ ਸੀ, ਨਿੱਕੀ ਰਾਤ ਤੇ ਲੰਬੀ ਕਹਾਣੀ ਹੁੰਦੀ ਸੀ, ਇੱਕ ਰਾਜਾ ਹੁੰਦਾ ਸੀ ਤੇ ਇੱਕ ਰਾਣੀ ਹੁੰਦੀ ਸੀ, ਇੱਕ ਰਾਣੀ ਹੁੰਦੀ ਸੀ ਤੇ ਇੱਕ ਰਾਣੀ ਹੁੰਦੀ ਸੀ। ਇਹ ਸੁਰੀਲੀ ਆਵਾਜ਼ ਦੇ ਮਾਲਕ ਹਨ ਦੀਪ ਕਤਨੌਰੀਆ ਜੀ। ਤੁਸੀਂ
ਵਾਕਿਆ ਹੀ ਬਚਪਨ ਦੇ ਉਹ ਦਿਨਾਂ ਦੀ ਯਾਦ ਅੱਜ ਜ਼ਰੂਰ ਕੀਤੀ ਹੋਵੇਗੀ। ਕਰਦੇ ਹਾਂ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਦੀਪ ਕਤਨੌਰੀਆ ਜੀ। ਦੀਪ ਜੀ, ਨਿੱਘਾ ਜੀ ਆਇਆ ਜੀ। ਸਰ ਬਹੁਤ ਬਹੁਤ ਧੰਨਵਾਦ ਬਿਲਕਾ ਸਾਹਿਬ, ਤੁਸੀਂ ਆਪਣੇ ਚੈਨਲ ਨੂੰ ਸੱਦਿਆ ਜੀ ਜੀ। ਜੀ ਦੀਪ ਜੀ, ਜੇ ਆਪਾਂ ਗੱਲ ਨੂੰ ਹੋਰ ਅੱਗੇ ਵਧਾਈਏ ਜੀ, ਤੇ ਤੁਹਾਡੀ ਆਵਾਜ਼ ਨੇ ਇੱਕ ਦਰਦ ਦਿੱਤਾ ਆ ਤੇ ਇੱਕ ਉਹ ਪੁਰਾਣਾ ਸਮਾਂ ਯਾਦ ਕਰਵਾਇਆ ਆ ਜੋ ਵਾਕਿਆ ਹੀ ਅਸੀਂ ਅੱਖੀਂ ਦੇਖਿਆ ਆ ਜੀ, ਤੇ ਸਾਡੇ ਬਜ਼ੁਰਗਾਂ ਨੇ ਪਿੰਡ ਤੇ ਵੀ ਹੰਡਾਇਆ ਆ। ਮੈਂ ਵੀ ਦੇਖਿਆ ਜੀ। ਸਮਾਂ ਬਦਲ ਗਿਆ, ਜੀ। ਬਦਲਦੇ ਯੁੱਗ ਦੇ ਬਾਰੇ ਤੁਸੀਂ ਅੱਜ ਆਪਣੀਆਂ 17 ਜਿਹੜੀਆਂ ਪੇਸ਼ ਕੀਤੀਆਂ। ਇਹ ਲਗਨ, ਇਹ ਉਚਾਟ ਲੱਗੀ ਕਿੱਥੋਂ? ਸਰ ਇਹ ਵੀ ਜਿੱਦਾਂ ਤੁਸੀਂ ਕਿਹਾ ਕਿ ਕਾਫੀ ਪੁਰਾਣਾ ਹੈ, ਤੁਹਾਨੂੰ ਸਮਾਂ ਯਾਦ ਆ ਗਿਆ, ਉਹਦਾ ਗਵਾਹ ਆ ਸਮਿਆਂ ਦਾ ਕਾਫੀ। ਮੈਨੂੰ ਲੱਗਦਾ ਥੋੜਾ ਬਚਪਨ ਹੰਡਾਇਆ ਮੈਂ ਉਹਦੇ ਸਮੇਂ 'ਚ ਜੀ। ਸੋ ਇੱਕ ਖਟਾਸ ਕਹਿ ਲਓ ਜਾਂ ਇੱਕ ਉਦਾਸੀ ਆ ਕਿ ਇੱਕ ਜ਼ਮਾਨਾ ਇਦਾਂ ਦੇ ਵੀ ਸੀਗੇ ਕਿ ਇਦਾਂ ਦੇ ਹੰਡਾਏ ਦਿਨ ਆਪਾਂ ਗੁਜ਼ਾਰੇ ਆ ਜੀ, ਜਿਨ੍ਹਾਂ 'ਚ ਇਹ ਚੀਜ਼ਾਂ ਹੁੰਦੀਆਂ ਸੀ, ਆਉਣੀ ਜਾਣੀ ਹੁੰਦੀ ਸੀ, ਰਿਸ਼ਤਿਆਂ ਦੇ 'ਚ ਇੱਕ ਆਪਣਾਪਨ ਸੀਗਾ ਜੀ। ਤਾਂ ਜੋ ਮਤਲਬ ਬੇਪਰਵਾਹੀਆਂ ਸੀਗੀਆਂ, ਕੱਲ ਦੀ ਕੋਈ ਟੈਨਸ਼ਨ ਨਹੀਂ ਸੀ, ਨਾ ਬੀਤੇ ਦੀ ਨਾ ਆਉਣ ਵਾਲੇ ਦੀ, ਪ੍ਰੈਜ਼ੈਂਟ 'ਚ ਬੰਦਾ ਰਹਿੰਦਾ ਸੀਗਾ। ਅੱਜ ਦੇ ਜ਼ਮਾਨੇ 'ਚ ਕਹਿਣ ਨੂੰ ਆਪਾਂ ਤਰੱਕੀ ਬਹੁਤ ਕਰ ਲਈ ਹੈ ਦੁਨੀਆ ਨੇ ਜੀ, ਪਰ ਮੈਨੂੰ ਲੱਗਦਾ ਨਹੀਂ ਕਿ ਤਰੱਕੀ ਦਾ ਬਹੁਤਾ ਫਾਇਦਾ ਘੱਟ ਹੋਇਆ ਲੋਕਾਂ ਨੂੰ। ਪਰ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਸਾਡੇ ਵਾਂਗੂ ਸ਼ਾਇਰ ਬਣ ਗਏ ਆ ਕਿ ਇਹ ਦੁੱਖ ਜਿਹੜਾ ਜੀ ਜੀ। ਇਹ ਗਾਇਕੀ ਦੇ ਖੇਤਰ ਦੇ ਵਿੱਚ ਕਦੋਂ ਤੁਸੀਂ ਪਹਿਲਾ ਜਿਹੜਾ ਆਪਣਾ ਕਦਮ ਰੱਖਿਆ, ਜਾਂ ਕੋਈ ਯਾਦ ਹੈ ਵੀ ਗਾਇਕੀ ਦੇ ਖੇਤਰ ਦੇ ਵਿੱਚ ਤੁਸੀਂ ਆਪਣੀ ਜਿਹੜੀ ਆਮਦ ਤੁਹਾਡੀ ਕਦੋਂ ਹੋਈ? ਜੀ ਬਿਲਕੁਲ ਸਾਹਿਬ, ਐਕਚੁਅਲੀ ਛੋਟਾ ਹੁੰਦਾ ਹੀ ਮੈਂ ਮਤਲਬ ਗੁਣਗੁਣਾਉਂਦਾ ਸੀਗਾ, ਦੱਸਿਆ ਪਹਿਲੇ ਵੀ ਜੀ। ਤਾਂ ਹੌਲੀ ਹੌਲੀ ਮਤਲਬ ਜਦ ਨੋਟਿਸ ਹੋਣ ਲੱਗਾ ਕਿ ਯਾਰ ਮੁੰਡਾ ਗਾਉਂਦਾ ਰਹਿੰਦਾ ਹੈ, ਜੋ ਕੁਝ ਸੁਣਨਾ ਉਹੀ ਗਾਣਾ ਗੁਣਗੁਣਾਈ ਜਾਣਾ ਵੀ ਆਹ ਕਿੱਦਾਂ ਆ ਜੀ। ਸੋ ਸਕੂਲਾਂ ਵਿੱਚ ਇਦਾਂ ਹੀ ਮੇਰਾ ਰੌਲਾ ਪੈ ਗਿਆ ਕਿ ਯਾਰ ਮੁੰਡਾ ਆਇਆ, ਜਦੋਂ ਬਾਲ ਸਭਾ ਹੁੰਦੀ ਆ ਜੀ, ਚਲੋ ਯਾਰ ਤੂੰ ਵੀ ਉੱਠ ਕੇ ਸੁਣਾ ਕੁਛ, ਹੈ ਨਾ ਜੀ। ਸੁਣਾਉਣ ਲੱਗੇ, ਉੱਥੇ ਥੋੜੀ ਜਿਹੀ ਉਹਦੀ ਹੱਲਾਸ਼ੇਰੀ ਮਿਲ ਗਈ, ਯਾਰ ਠੀਕ ਆ, ਵਧੀਆ ਗਾਉਂਦਾ ਆ ਜੀ। ਕਦੀ ਸੋਚਿਆ ਨਹੀਂ ਸੀਗਾ। ਹੌਲੀ 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 ਜਿੱਦਾਂ ਵੱਧਦੇ ਗਏ, ਇੱਧਰੋਂ ਹਮੇਸ਼ਾ ਹੀ ਮੈਨੂੰ ਇੱਕ ਸੁੱਖ ਦਾ ਸਾਹ ਮਿਲਿਆ ਜਦੋਂ ਮੈਂ ਕਿਤੇ ਗਾਉਂਦਾ ਹੁੰਦਾ ਤਾਂ ਕਹਿਣਾ ਯਾਰ ਤੇਰਾ ਗਾਣਾ ਠੀਕ ਹੈ ਜੀ। ਸੋ ਇੱਦਾਂ ਕਿਸੇ ਜਿੱਦਾਂ ਗੁਰੂ ਜਾਨੇ ਆ ਕੋਈ ਮਿਊਜ਼ਿਕ ਦੇ ਵਿੱਚ ਜਾਂ ਇਸ ਖੇਤਰ ਵਿੱਚ ਹੁੰਦੇ ਆ, ਉਹਨਾਂ ਨੇ ਜਦੋਂ ਕਿਤੇ ਮਿਲਣਾ ਤਾਂ ਕਹਿਣਾ ਯਾਰ ਵੀ ਤੂੰ ਕੁਛ ਕਰੋ, ਹੁਣ ਤੂੰ ਥੋੜਾ ਯੰਗ ਹੋਇਆ ਤਾਂ ਕੁਛ ਦੇਖੋ, ਇਹਦੇ ਬਾਰੇ ਕੋਈ ਫਿਊਚਰ ਤੁਹਾਡਾ ਹੈਗਾ ਤਾਂ। ਸੋ ਇੱਦਾਂ ਮੈਂ ਪਿੰਡੋਂ ਬਾਹਰ ਨਿਕਲਿਆ, ਜਲੰਧਰ ਤੱਕ ਮੈਂ ਪਹੁੰਚ ਕੀਤੀ ਜੀ। ਤਾਂ ਵੱਖਰੇ ਵੱਖਰੇ ਕਲਾਕਾਰਾਂ ਨਾਲ ਪਹਿਲੇ ਮੁਲਾਕਾਤਾਂ ਹੋਈਆਂ, ਉਹਨਾਂ ਨਾਲ ਜਾ ਕੇ ਪਿੱਛੇ ਬੈਕ ਵੋਕਲ ਕੋਰਸ ਕਰਨ ਲੱਗ ਪਏ ਜੀ। ਕਾਫੀ ਨਾਮੀ ਸਿੰਗਰ ਹੈਗੇ, ਅਮਰਿੰਦਰ ਗਿੱਲ ਜੀ ਆ, ਉਹਨਾਂ ਨਾਲ 4-5 ਸਾਲ ਕੀਤਾ ਕੰਮ ਹੈ, ਲੈਂਬਰ ਹੁਸੈਨਪੁਰੀ ਜੀ ਨਾਲ, ਪ੍ਰੀਤਰਪਾਲ ਜੀ ਨਾਲ, ਨਿਰਮਲ ਸਿੱਧੂ ਜੀ ਨਾਲ ਜੀ, ਤੇ ਹੋਰ ਵੀ ਕਾਫੀ ਆ ਨਾ ਜੀ। ਸੋ ਕਰਦੇ ਰਹੇ, ਨਾਲ ਮੈਂ ਮਿਊਜ਼ਿਕ ਸਿੱਖਦਾ ਰਿਹਾ ਜੀ। ਸਿੱਖਣ ਦੀ ਹਮੇਸ਼ਾ ਮੈਂ ਦੱਸਾਂ ਕਿ ਇੱਕ ਐਕਸਟ੍ਰੀਮ ਤੇ ਜਾਂਦਾ ਰਿਹਾ ਮੈਂ। ਜਦੋਂ ਮੈਨੂੰ ਸਿੰਗਰ ਸੁਣਨੇ ਤਾਂ ਮੈਨੂੰ ਲੱਗਣਾ ਕਿ ਯਾਰ ਹਰ ਮਤਲਬ ਤਰ੍ਹਾਂ ਦਾ ਰੰਗ ਜਿਹੜਾ ਆ ਉਹਦੀ ਆਪਣੀ ਖੂਬੀ ਹੁੰਦੀ ਹੈ। ਜਿੱਦਾਂ ਕਵਾਲੀ ਦੀ ਆਪਣੀ ਇੱਕ ਰੰਗ ਹੁੰਦਾ ਆ, ਤਾਂ ਗੁਰਬਾਣੀ ਕੀਰਤਨ ਹੈ ਉਹਨਾਂ ਦਾ ਇੱਕ ਆਪਣਾ ਹੀ ਰਸ ਆ ਜੀ। ਤਾਂ ਜਿੱਦਾਂ ਪੰਜਾਬੀ ਆਪਣਾ ਆ, ਉਹ ਜੋ ਫੋਕ ਟੋਨਾਂ ਹੁੰਦੀਆਂ ਆ, ਉਹ ਇੱਕ ਗੜਕਦਾਰ ਬੰਦੇ ਦੀ ਆਵਾਜ਼ ਤੋਂ ਆਉਂਦੀ ਹੈ। ਜਿੱਦਾਂ ਮਾਨਕ ਸਾਹਿਬ ਦੀਆਂ ਸੀਗੀਆਂ, ਸ਼ਿੰਦਾ ਸਾਹਿਬ ਸੀ, ਜਾਂ ਹੋਰ ਕਾਫੀ ਸਿੰਗਰ ਜੀ, ਉਹ ਵੀ ਉੱਦਾਂ ਦਾ ਕਿੱਦਾਂ ਗੱਜ ਕੇ ਗਾਉਂਦੇ ਆ ਜੀ, ਉੱਦਾਂ ਦੀ ਟਰਾਈਆਂ ਕਰਨੀਆਂ। ਫਿਰ ਬਾਲੀਵੁੱਡ ਦੇ ਗਾਣੇ ਪੁਰਾਣੇ, ਮੁਹੰਮਦ ਰਫੀ ਸਾਹਿਬ, ਕਿਸ਼ੋਰ ਜੀ, ਸੋਨੂ ਨਿਗਮ ਜੀ, ਇਹ ਸਾਰਿਆਂ ਨੂੰ ਸੁਣਨਾ, ਉਹਦੇ ਵਿੱਚ ਜੋ ਮੈਲੋਡੀ ਜੀ ਉਹ ਗਾਉਂਦੇ ਆ, ਉੱਦਾਂ ਦੀਆਂ ਟਰਾਈ ਕਰਨੀਆਂ। ਕਰਦੇ ਪਤਾ ਨਹੀਂ ਕੀ ਹੁੰਦਾ ਗਿਆ, ਮਤਲਬ ਜਾਣੀ ਕਿ ਮੈਂ ਤਾਂ ਸੋਚਦਾ ਸੀਗਾ ਵੀ ਆਪ ਹਰ ਕੋਈ ਟਰਾਈ ਕਰਕੇ ਦੇਖਣੀ ਆ ਜੀ। ਇੱਦਾਂ ਕਰਦੇ ਫਿਰ ਮੈਨੂੰ ਇੱਕ ਸਮਾਂ ਇੱਦਾਂ ਲੱਗਾ ਕਿ ਯਾਰ ਕਿਤੋਂ ਗੀਤਾਂ ਦਾ ਵੀ ਕੋਈ ਚੰਗਾ ਗੀਤ ਮਿਲ ਜਾਵੇ, ਕਿਉਂਕਿ ਗੀਤਾਂ ਦੀ ਇੱਕ ਜਿੱਦਾਂ ਕਿ ਕਹਾਣੀ ਹੁੰਦੀ ਹੈ ਨਾ ਫਿਲਮਾਂ ਦੀ, ਜਿੰਨਾ ਚਿਰ ਕਹਾਣੀ ਨਹੀਂ ਚੰਗੀ ਹੈਗੀ ਉਹਨਾਂ ਚਿਰ ਜਿੱਡਾ ਮਰਜ਼ੀ ਤਕੜਾ ਐਕਟਰ ਹੋਵੇ, ਉਹ ਫਿਲਮ ਦੇ ਵਿੱਚ ਉਹ ਕੋਈ ਦਮ ਨਹੀਂ ਹੁੰਦਾ। ਸੋ ਇਦਾਂ ਹੀ ਗੀਤ ਹੁੰਦੇ ਆ, ਗੀਤਾਂ ਵਿੱਚ ਅਗਰ ਜੇ ਤੁਹਾਡੇ ਦਮ ਨਾ ਹੋਊਗਾ, ਤੁਸੀਂ ਜਿੰਨਾ ਮਰਜ਼ੀ ਤੁਹਾਡੀ ਚੰਗੀ ਵੋਕਲ ਆ, ਉਹਦਾ ਇੰਨਾ ਅਸਰ ਨਹੀਂ ਹੁੰਦਾ। ਤਾਂ ਹੀ ਮਾਨ ਸਾਹਿਬ ਦਾ ਇੰਨਾ ਨਾਮ ਹੈ, ਕਿਉਂਕਿ ਉਹ ਆਪਣੇ ਗਾਣੇ ਲਿਖਦੇ ਸੀਗੇ ਔਰ ਉਹਨਾਂ ਵਿੱਚ ਜਿੱਦਾਂ ਦਾ ਉਹ ਚਾਹੁੰਦੇ ਸੀਗੇ ਲਿਖਣਾ, ਉੱਦਾਂ ਦਾ ਉਹ ਮਤਲਬ ਗਾਉਣਾ ਚਾਹੁੰਦੇ ਸੀ, ਉੱਦਾਂ ਦਾ ਉਹ ਲਿਖ ਲੈਂਦੇ, ਮਤਲਬ ਉੱਦਾਂ ਦਾ ਉਹ ਸਬਜੈਕਟ ਨੂੰ ਲਿਖਦੇ ਸੀਗੇ। ਸਰਤਾਜ ਸਾਹਿਬ ਹੈ ਜਾਂ ਹੋਰ ਕਾਫੀ ਇੱਦਾਂ ਦੇ ਸਿੰਗਰ ਹੋਏ। ਜੇ ਆਪਾਂ ਦੀਪ ਜੀ ਤੁਹਾਡੀ ਗੱਲ ਨੂੰ ਅੱਗੇ ਦੇਖਿਆ ਜਾਵੇ ਕਿ ਜਦੋਂ ਕਹਿੰਦੇ ਹੁੰਦੇ ਗੁਰੂ ਤੋਂ ਬਿਨਾਂ ਕਿਸੇ ਵੀ ਮੰਜ਼ਿਲ ਨੂੰ ਜਿਹੜਾ ਆ ਉਹ ਪਾਉਣਾ ਬੜਾ ਔਖਾ ਹੁੰਦਾ ਜੀ। ਕੋਈ ਸਮਾਂ ਦਾ ਇੱਦਾਂ ਦਾ ਆਇਆ ਫਿਰ ਵੀ ਜਿਹਨੂੰ ਤੁਸੀਂ ਆਪਣਾ ਕੋਈ ਗੁਰੂ ਮੰਨ ਕੇ ਜਾਂ ਜਿਹਨੂੰ ਇੱਕ ਇਸ਼ਟ ਮੰਨ ਕੇ ਕਿਹਦੇ ਕੋਲੋਂ ਫਿਰ ਟ੍ਰੇਨਿੰਗ ਲਈ ਤੇ ਕਿਹਦੇ ਕੋਲੋਂ ਫਿਰ ਇਸ ਖੇਤਰ ਦੇ ਵਿੱਚ ਅੱਗੇ ਵਧਣ ਲਈ ਕਦਮ ਪੁੱਟਣ ਵਿੱਚ ਕਿੰਨੇ ਸਹਾਇਤਾ ਕੀਤੀ ਤੁਹਾਡੀ? ਜੀ ਸਰ, ਮੈਂ ਸਭ ਤੋਂ ਪਹਿਲਾਂ ਮੈਂ ਆਪਣੇ ਜਲੰਧਰ ਤੋਂ ਹੀ ਆ, ਰਮੇਸ਼ ਆਲਮ ਜੀ ਆ, ਮੇਰੇ ਉਸਤਾਦ ਜੀ ਆ ਜੀ। ਸੋ ਉਹਨਾਂ ਤੋਂ ਪਹਿਲੇ ਮੈਂ ਉਹਨਾਂ ਦੇ ਨਾਲ ਮਤਲਬ ਚੜ੍ਹਨੀ ਪਿਆ ਉਹਨਾਂ ਦੇ ਮੈਂ ਜੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੈਂ ਪ੍ਰੋਫੈਸਰ ਕਿਰਪਾਲ ਸਿੰਘ ਜੀ ਹੋਣਾ ਜਲੰਧਰ ਤੋਂ ਆ, ਉਹਨਾਂ ਤੋਂ ਸਿੱਖਿਆ ਲਈ ਆ ਮਿਊਜ਼ਿਕ ਦੀ ਜੀ। ਇੱਦਾਂ ਫਿਰ ਜਿੱਦਾਂ ਕੋਈ ਆਪਣੇ ਨਾਲ ਦੇ ਤੁਹਾਡੇ ਜਿਹੜੇ ਸਿੰਗਰ ਹੀ ਹੁੰਦੇ ਆ, ਕਈ ਨਾਮ ਹੈਗੇ ਆ, ਉਹਨਾਂ ਦੇ ਨਾਲ ਬੈਠਣਾ, ਗੱਲਾਂ ਬਾਤਾਂ, ਮਤਲਬ ਹਰ ਤਰ੍ਹਾਂ ਦਾ ਜਿਹੜਾ ਆਲਾ ਦੁਆਲਾ ਉੱਦਾਂ ਦਾ ਹੀ ਰੱਖਿਆ ਮੈਂ ਜੀ, ਕਿ ਜਿਹਨਾਂ ਵਿੱਚ ਸੰਗੀਤ ਦੀਆਂ ਹੀ ਗੱਲਾਂ ਹੋਣ। ਉਹਦੇ ਵਿੱਚ ਫਿਰ ਮੇਰੀ ਆਪਣੀ ਹਮ ਉਮਰ ਵੀ
ਕਾਫੀ ਰਹੇ ਆ ਜੀ ਜੀ, ਜਿੱਦਾਂ ਦਲਜੀਤ ਹੰਸ ਹੈਗੇ ਆ, ਤਾਂ ਕਾਫੀ ਅਲੱਗ ਜੀ। ਪਰ ਆਪਾਂ ਦੇਖਦੇ ਜਿਸ ਤਰ੍ਹਾਂ ਦਾ ਹੁਣ ਸਮਾਂ ਬਦਲ ਗਿਆ, ਜਿਹੜੀਆਂ ਤੁਹਾਡੀਆਂ 17 ਇਹ ਯਾਦ ਵਾਕਿਆ ਕੋਈ 35-40 ਸਾਲ ਪਹਿਲਾਂ ਦਾ ਸਾਡਾ ਜਿਹੜਾ ਸਮਾਂ ਸੀ ਇਸ ਧਰਤੀ ਦਾ, ਉਹਨੂੰ ਯਾਦ ਕਰਵਾਉਂਦੀਆਂ ਨੇ। ਜੀ ਜੀ। ਪਰ ਹੁਣ ਸਮਾਂ ਬਦਲ ਗਿਆ, ਯੁੱਗ ਬਦਲ ਗਿਆ, ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਵਕਤ ਪੈਸਾ ਆ ਗਿਆ। ਕੀ ਲੱਗ ਰਿਹਾ ਕਿ ਤੁਹਾਨੂੰ ਜਿੰਨਾ ਕਾਮਯਾਬ ਤੁਹਾਡੀ ਆਵਾਜ਼ ਦੇ ਮੁਤਾਬਕ ਹੋਣਾ ਚਾਹੀਦਾ ਸੀ, ਵੀ ਜਿਹੜੀ ਆਰਥਿਕ ਸਥਿਤੀ ਆ ਤੁਹਾਡੀ ਉਹ ਵਿੱਚ ਕਿਤੇ ਨਾ ਕਿਤੇ ਆਣ ਕੇ ਰੋੜਾ ਬਣੀ? ਮਤਲਬ ਤੁਹਾਡੀਆਂ ਜਿਹੜੇ ਸਵਾਲ ਦਾ ਜਵਾਬ ਤੁਸੀਂ ਜੋ ਮੈਂ ਕਹਿਣਾ ਚਾਹੁੰਦਾ ਸੀ ਤੁਸੀਂ ਕਹਿਤਾ ਜੀ। ਕਿ ਜੋ ਅੱਜ ਕੱਲ੍ਹ ਦਾ ਜੋ ਜ਼ਮਾਨਾ ਹੋ ਗਿਆ ਇਹ ਜਦੋਂ ਦਾ ਮਤਲਬ ਪ੍ਰੋਫੈਸ਼ਨ ਦੇ ਵਿੱਚ ਇਸ ਵਿੱਚ ਡਿਮਾਂਡਾਂ ਬਹੁਤ ਵੱਧ ਗਈਆਂ। ਪਹਿਲਾਂ ਸਿਰਫ ਤੁਹਾਡੀ ਸਿਰਫ ਵੋਕਲ ਸੁਣੀ ਜਾਂਦੀ ਸੀ। ਜੋ ਰੇਡੀਓ ਦਾ ਜ਼ਮਾਨਾ ਸੀਗਾ ਉਹਦੀ ਗਾਣੇ ਸੁਣ ਕੇ ਦੇਖ ਲਓ, ਜਿਹੜੇ ਫਰਮੈਸ਼ੀ ਗਾਣੇ ਹੁੰਦੇ ਸੀਗੇ ਉਹਦੇ ਵਿੱਚ ਸਿਰਫ ਵੌਇਸ ਔਰ ਮਿਊਜ਼ਿਕ ਦੀ ਗੱਲ ਹੁੰਦੀ ਸੀ। ਅੱਜ ਦੇ ਜ਼ਮਾਨੇ ਵਿੱਚ ਵੌਇਸ ਨੂੰ ਕਵਰ ਕਰਨ ਲਈ ਹੋਰ ਬੜੇ ਡਿਸਟਰੈਕਸ਼ਨਸ ਹੈਗੀਆਂ ਕਿ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਹਾਂ ਜੇ ਬੰਦਾ ਗਾਉਣਾ ਛੱਡ ਦੋ, ਹੁਣ ਤੁਸੀਂ ਦੇਖਦੇ ਵੀ ਆ ਵੀਡੀਓ ਦੇਖੇ ਜਾਂਦੇ ਆ। ਉਹ ਜੇ ਹੁਣ ਵੀਡੀਓ ਦਾ ਜਿਹੜਾ ਦਾਇਰਾ ਵੱਧ ਗਿਆ ਉਹ ਇੱਕ ਆਮ ਬੰਦੇ ਦੀ ਪਹੁੰਚ ਤੋਂ ਔਖਾ ਹੋ ਗਿਆ। ਪਹਿਲਾਂ ਤੁਸੀਂ ਸਿਰਫ ਗਾਉਣਾ ਹੁੰਦਾ ਸੀਗਾ, ਰਿਦਮ ਦੇ ਵਿੱਚ ਨਾਲ ਤੁਹਾਡੇ ਸਾਜੀ ਲੱਗੇ ਆ, ਤੁਸੀਂ ਗਾ ਗਏ, ਤੁਹਾਡੀ ਵੋਕਲ ਚੰਗੀ ਆ, ਲੋਕਾਂ ਗਾਣਾ ਬਹੁਤ ਚੰਗਾ ਆ। ਹੁਣ ਅੱਜ ਦੇ ਜ਼ਮਾਨੇ 'ਚ ਤੁਹਾਨੂੰ ਇਕੱਲਾ ਗਾਉਣਾ ਨਹੀਂ, ਤੁਹਾਨੂੰ ਪ੍ਰਬੰਧ ਕਰਨੇ ਪੈਂਦੇ ਆ ਕਿ ਯਾਰ ਮੈਂ ਇੰਨਾ ਸਰਮਾਇਆ ਮੇਰੇ ਤੋਂ ਹੋਵੇ ਕਿ ਮੈਂ ਵੀਡੀਓ ਬਣਾਵਾਂ ਜੀ। ਵੀਡੀਓ ਅੱਜ ਕੱਲ੍ਹ ਪੰਜਾਬ ਇੰਡਸਟਰੀ ਦਾ ਇਹ ਹਾਲ ਹੈ ਕਿ ਫਿਲਮਾਂ ਬਾਲੀਵੁੱਡ ਦੀ ਫਿਲਮਾਂ ਦੇ ਮੁਕਾਬਲੇ ਸਾਡੇ ਗਾਣੇ ਉੱਦਾਂ ਦੇ ਵੀਡੀਓ ਉਹਨੇ ਬਜਟ 'ਤੇ ਹੋ ਰਹੇ ਆ। ਤਾਂ ਆਮ ਬੰਦਾ ਜਿਹੜਾ ਆ ਉਹ ਬਸ ਇੱਦਾਂ ਹੀ ਆ ਕਿ ਜਿੰਨੇ ਮਤਲਬ ਯਤਨ ਕਰ ਰਿਹਾ ਕਿ ਚਲੋ ਸ਼ਾਇਦ ਕਿਤੇ ਪਰਮਾਤਮਾ ਉਹਦੀ ਭਾਗ ਲਾਵੇ ਉਹਦੀ ਮਿਹਨਤ ਨੂੰ। ਬਾਕੀ ਤਾਂ ਜਾਣ ਕੇ ਦੇਖਿਆ ਜਾਵੇ ਤਾਂ ਬਹੁਤ ਚੀਜ਼ਾਂ ਨੂੰ ਇਹ ਦੱਬ ਲਿਆ ਆ। ਆਮ ਜਿਹੜੀ ਚੰਗੀ ਐਕਚੁਅਲੀ ਟੈਲੈਂਟ ਹੈ ਨਾ ਉਹਨੂੰ ਇਹ ਜਿਹੜੇ ਡਿਸਟਰੈਕਸ਼ਨ ਦੱਬ ਲਿਆ ਆ, ਲੋਕਾਂ ਨੂੰ ਭ੍ਰਮਿਤ ਕਰ ਦਿੱਤਾ ਆ ਕਿ ਹਾਂਜੀ ਜੀ ਗਾਣਾ ਦੇਖਿਆ ਨਹੀਂ, ਸੁਣਿਆ ਨਹੀਂ ਜਾਂਦਾ, ਦੇਖਿਆ ਜਾਂਦਾ ਹੈ। ਮਤਲਬ ਤੁਹਾਡਾ ਮੰਨਣਾ ਆ ਕਿ ਜੇ ਤੁਹਾਡੀ ਆਵਾਜ਼ ਬਹੁਤ ਵਧੀਆ ਆ, ਤੁਹਾਡੀ ਗਾਇਕੀ ਦੇ ਵਿੱਚ ਦਮਦਾਰੀ ਹੈਗੀ ਵੀ ਆ, ਤੇ ਤੁਹਾਡਾ ਆਰਥਿਕ ਪੱਖੋਂ ਜਿਹੜਾ ਆ ਉਹ ਜਿਹੜਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੀਆਂ ਲਿਖਤਾਂ ਤਾਂ ਆਪਣਾ ਆਪ ਗਾਉਂਦੇ ਹੋ, ਕਈ ਵਾਰੀ ਕਿਸੇ ਕੋ ਮਨਪਸੰਦੀਦਾ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਕਸਰ ਆਪਾਂ ਦੁਨੀਆ ਦੇ ਵਿੱਚ ਸੁਣਦੇ ਹਾਂ। ਕੀ ਲੱਗ ਰਿਹਾ ਕਿ ਜੇਕਰ ਤੁਹਾਨੂੰ ਇਹ ਕਹੀਏ ਕਿ ਸਾਡੇ ਮਨਪਸੰਦ ਦਾ ਜਾਂ ਤੁਹਾਡੇ ਮਨਪਸੰਦ ਦਾ ਕਿਸੇ ਹੋਰ ਕਲਾਕਾਰ ਦਾ ਗਾਇਆ ਹੋਵੇ, ਉਹ ਸੁਣਾਉਣਾ ਚਾਹੋ ਤਾਂ? ਜੀ ਜ਼ਰੂਰ ਜੀ ਸਰ। ਐਕਚੁਅਲੀ ਮੈਂ ਸੁਣ ਕੇ ਹੀ ਸਿੰਗਰ ਬਣਿਆ, ਸੁਣ ਕੇ ਹੀ ਮੈਂ ਸ਼ਾਇਰ ਬਣਿਆ ਜੀ। ਸੋ ਥੋੜਾ ਜਿਹਾ ਰੰਗ ਚੰਦ ਦਿਖਾਉਣਾ ਇੱਕ ਦੋ ਗੀਤਾਂ ਦਾ, ਸ਼ਾਇਦ ਤੁਹਾਨੂੰ ਪਸੰਦ ਆਵੇ। ਪਰ ਮੈਨੂੰ ਸ਼ਾਇਰੀ ਵੀ ਚੰਗੀ ਲੱਗਦੀ ਹੈ ਔਰ ਮੈਨੂੰ ਉਹਨਾਂ ਦੀ ਗਾਇਕੀ ਵੀ ਚੰਗੀ ਲੱਗਦੀ ਜੀ ਜੀ। आपको देख कर देखता रह गया, आपको देख कर देखता रह गया। क्या कहूँ क्या कहूँ क्या कहूँ और कहने को क्या रह गया। आपको देख कर देखता रह गया। झूठ वाले कहीं से कहीं बढ़ गए, झूठ वाले कहीं से कहीं बढ़ गए, झूठ वाले कहीं से कहीं बढ़ गए, झूठ वाले कहीं से कहीं बढ़ गए। और मैं आके सच बोलता रह गया, और मैं आके सच बोलता रह गया। क्या कहूँ
ਕਰਦੇ ਹਾਂ ਦੀਪ ਜੀ ਨਾਲ ਕੁਝ ਹੋਰ ਗੱਲਾਂ ਬਾਤਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲਾਂ ਤੁਹਾਡੀ ਗੱਲਬਾਤ ਚੱਲ ਰਹੀ ਸੀ ਦੀਪ ਕਤਨੌਰੀਆ ਜੀ ਦੇ ਨਾਲ। ਕਰਦੇ ਹਾਂ ਹੋਰ ਗੱਲਾਂ ਬਾਤਾਂ, ਜਾਣਦੇ ਉਹਨਾਂ ਦੀ ਜ਼ਿੰਦਗੀ ਬਾਰੇ, ਜਾਣਦੇ ਉਹਨਾਂ ਦੇ ਇੱਕ ਦੋਸਤਾਨਾ ਸਰਕਲ ਬਾਰੇ ਕਿ ਕੌਣ-ਕੌਣ ਅੱਜ ਕੱਲ੍ਹ ਉਹਨਾਂ ਨੂੰ ਇਸ ਮੰਜ਼ਿਲ ਪਾਉਣ ਲਈ ਸਾਥ ਦੇ ਰਿਹਾ ਆ, ਐਨਕਰੇਜ ਕਰ ਰਿਹਾ ਆ। ਦੀਪ ਜੀ ਕਹਿੰਦੇ ਹੁੰਦੇ ਵੀ ਇੱਕ ਤੁਹਾਡਾ ਸਰਕਲ ਹੁੰਦਾ ਆ, ਯਾਰੀ ਦੋਸਤੀ ਦਾ ਸਰਕਲ ਹੁੰਦਾ ਆ, ਦੋਸਤਾਂ ਦਾ ਸਰਕਲ ਹੁੰਦਾ ਆ। ਉਹ ਸਰਕਲ ਦੇ ਵਿੱਚ ਕੋਈ ਐਦਾਂ ਦੀਆਂ ਸ਼ਖਸੀਅਤਾਂ ਵੀ ਹਨ ਜਿਹੜੀਆਂ ਤੁਹਾਨੂੰ ਅੱਜ ਦੇ ਇਸ ਹਾਲਾਤਾਂ ਦੇ ਵਿੱਚੋਂ ਅੱਗੇ ਲਿਜਾਣ ਲਈ ਕੋਈ ਉਤਸ਼ਾਹਤ ਕਰਦੀਆਂ ਹੋਣ? ਜੀ, ਜਿੰਨੇ ਕਿ ਮੈਨੂੰ ਪੁਰਾਣੇ ਜਾਣਦੇ ਮੇਰੇ ਜੀ, ਔਰ ਜਿਨ੍ਹਾਂ ਵਿੱਚੋਂ ਐਕਚੁਅਲੀ ਮਤਲਬ ਬਿਲਕੁਲ ਕਹਿ ਲਓ ਕਿ ਪੁਣ ਕੇ ਆ ਗਏ ਉੱਪਰ, ਜੀ, ਲੱਗ ਜਾਂਦਾ ਪਤਾ ਹੈ ਨਾ ਜੀ। ਉਹਨਾਂ ਵਿੱਚ ਉਹਨਾਂ ਨੂੰ ਮੈਂ ਦੇਖਿਆ, ਪੁਰਾਣਾ ਸਮਾਂ ਦੇਖਿਆ ਹੋਇਆ ਕਿ ਬੰਦਾ ਯਾਰ ਹਟਿਆ ਨਹੀਂ, ਲੱਗਾ ਹੀ ਹੈ ਜਿੱਦਾਂ ਦਾ ਹੈਗਾ ਜੀ। ਸੋ ਉਹਨਾਂ ਵਿੱਚੋਂ ਹੈਗੇ ਆ ਮੇਰੇ ਵਿਵੇਕ ਜੀ ਆ, ਵਿਵੇਕ ਭੋਗਲ ਸਾਹਿਬ ਆ ਜੀ, ਬਹੁਤ ਮੇਰੇ ਕਹਿ ਸਕਦੇ ਕਿ ਇੱਕ ਵੱਡੇ ਭਰਾ ਵਾਂਗੂ, ਜੀ, ਜਿੰਨਾ ਮੈਨੂੰ ਆਪਣਾ ਚਾਅ ਕਾਮਯਾਬ ਹੋਣ ਦਾ ਆ, ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਉਹਨਾਂ ਨੂੰ ਮੇਰੀ ਖੁਸ਼ੀ ਹੋਊਗੀ ਜੀ। ਔਰ ਇਹ ਉਹਨਾਂ ਦੀ ਕਹਿਣੀ ਤੋਂ ਨਹੀਂ ਕਥਨੀ ਤੋਂ ਲੱਗਦਾ ਆ। ਜੀ। ਠੀਕ ਹੈ ਜੀ। ਹੋਰ ਕਾਫੀ ਮੇਰੇ ਦੋਸਤ ਆ ਜਿਹੜੇ ਮਤਲਬ ਇਸ ਜਿੱਦਾਂ ਕੀ ਕਹਿ ਲਓ ਕਿ ਸਪੋਰਟਿਵ ਆ ਕਿ ਹਾਂ ਚਲੋ ਭਾਵੇਂ ਜਿੱਦਾਂ ਫਾਈਨੈਂਸ਼ਲੀ ਨਾ ਵੀ ਹੋ ਸਕੇ ਪਰ ਤੁਹਾਡੇ ਸ਼ੁਭ ਚਿੰਤਕ ਜ਼ਰੂਰ ਹੈਗੇ ਆ। ਦਲਜੀਤ ਹੰਸ ਆ, ਪਰਸ਼ੋਤਮ ਆ, ਤਾਂ ਵਿਨੋਦ ਆ ਮੇਰਾ ਫਰੈਂਡ ਆ। ਜੀ। ਸੋ ਹਾਂਜੀ ਜੀ ਦੀਪ ਜੀ, ਜੋ ਹਾਲਾਤ ਜ਼ਿੰਦਗੀ ਨੇ ਇੱਥੇ ਤੱਕ ਤੁਹਾਡੇ ਲੈ ਕੇ ਆਂਦੇ ਨੇ, ਕੁਛ ਉਹਨਾਂ ਹਾਲਾਤਾਂ ਤੇ 2 ਲਾਈਨਾਂ? ਜੀ, ਕਾਫੀ ਲਾਈਨਾਂ ਮੈਂ ਉੱਤੇ ਹੀ ਲਿਖੀਆਂ, ਹਾਲਾਤਾਂ ਉੱਤੇ ਲਿਖੀਆਂ ਆਪਣੇ ਕੋਲ ਬਹੁਤ ਜ਼ਿਆਦਾ। ਜਿੱਦਾਂ ਕਿ ਪੈਸੇ ਦੀ ਗਰਮੈਸ਼ ਬੜੀ ਹੁੰਦੀ ਹੈ ਜੀ, ਬੰਦੇ ਤਗੜੇ ਦੀ ਤਾਂ ਫਰਮੈਸ਼ ਹੀ ਬੜੀ ਹੁੰਦੀ ਹੈ ਜੀ, ਪਰ ਮਾੜੇ ਬੰਦੇ ਨਾਲ ਨਿਆਜ਼ ਬੜੀ ਹੁੰਦੀ ਹੈ। ਪੈਸੇ ਦੀ ਗਰਮੈਸ਼ ਬੜੀ ਹੁੰਦੀ ਹੈ। ਉਹ ਸੀਗਾ ਕਿ ਮੌਜ ਮੇਲੇ ਤੇ ਮਜ਼ਾ, ਕਦੇ ਐਵੇਂ ਬੇਵਜ੍ਹਾ ਮਿਲੀ ਲੱਗਦੀ ਸਜ਼ਾ, ਜਿਵੇਂ ਇਹ ਜ਼ਿੰਦਗੀ। ਕਈ ਵਾਰੀ ਜ਼ਿੰਦਗੀ ਜਿੰਨੇ ਤੁਸੀਂ ਡਿਸਟਰਬ ਹੋ ਜਾਂਦੇ ਲੱਗਦਾ ਕਿ ਯਾਰ ਜ਼ਿੰਦਗੀ ਕਦੀ ਆ। ਜੀ। ਮੌਜ ਮੇਲੇ ਤੇ ਮਜ਼ਾ, ਕਦੇ ਐਵੇਂ ਬੇਵਜ੍ਹਾ ਮਿਲੀ ਲੱਗਦੀ ਸਜ਼ਾ, ਜਿਵੇਂ ਇਹ ਜ਼ਿੰਦਗੀ। ਰਜ਼ਾ ਤੇ ਵਜ੍ਹਾ ਹੋਵੇ ਤਾਂ ਜਾ ਕੇ ਕਿਤੇ ਫੇਰ ਮਿਲੇ ਇਹ ਜ਼ਿੰਦਗੀ। ਹੀਰੇ ਦੀ ਅਜ਼ਮਾਇਸ਼ ਬੜੀ ਹੁੰਦੀ ਹੈ ਜੀ, ਪੈਸੇ ਦੀ ਗਰਮੈਸ਼ ਬੜੀ ਹੁੰਦੀ। ਸੋ ਜ਼ਿੰਦਗੀ ਤੈਨੂੰ ਜਿੰਨੀ ਦੂਰ ਤੱਕ ਤੁਸੀਂ ਸਟਰਗਲ ਕਰਦੇ ਆ, ਉਹ ਤੈਨੂੰ ਜ਼ਿੰਦਗੀ ਅਜ਼ਮਾਈ ਜਾ ਰਹੀ ਹੈ। ਔਰ ਜਿੰਨਾ ਤੁਸੀਂ ਤਰਾਸ਼ੇ ਜਾਓਗੇ, ਉਹਨੇ ਤੁਹਾਡੀਆਂ ਗੱਲਾਂ 'ਚ, ਉਹਨੇ ਤੁਹਾਡੇ ਗੁਣ 'ਚ ਜੀ ਅਸਰ ਦਿਸੂਗਾ। ਸੋ ਇੱਦਾਂ ਦੀਆਂ ਗੱਲਾਂ ਕਾਫੀ ਮੈਂ ਇੱਕ ਲਿਖਿਆ ਕਿ ਜਿੱਦਾਂ ਹੁਣ ਇੰਨੇ ਸਾਲ ਹੋ ਗਏ ਆ, ਲਿਖਿਆ ਕਿ ਗੱਲਾਂ ਵਾਲੇ ਟੋਇਆਂ ਉੱਤੇ ਧੌਲੇ ਆ ਗਏ ਜੀ, ਸ਼ਾਹੀਆਂ ਵਾਲੇ ਚਿਹਰੇ ਤੇ ਬੱਦਲ ਛਾ ਗਏ ਜੀ। ਉਹ ਚੱਲੀ ਚੱਲੀ ਛੱਡ ਕੇ ਜਵਾਨੀ ਚੱਲੀ, ਰਹਿ ਚੱਲੀ ਬਸ ਜ਼ਿੰਦਗਾਨੀ ਕੱਲੀ। ਉਮਰਾਂ ਨੂੰ ਬਸ ਰੌਲੇ ਗੋਲੇ ਖਾ ਗਏ, ਜ਼ਿੰਦਗੀ ਦਾ ਉਮਰਾਂ 'ਚ ਰੌਲੇ ਗੋਲੇ ਜੀ। ਇਹ ਮਿਹਨਤਾਂ ਹੀ ਕਰਦੇ ਕਰਦੇ ਹੋ ਗਏ ਆ। ਤਾਂ ਉਹ ਇੱਕ ਜੋ ਨਾਲ ਜ਼ਿੰਦਗੀ ਦੇ ਇੱਕ ਸੰਘਰਸ਼ ਆ, ਉਹਦਾ ਦੱਸਿਆ ਕਿ ਦੇਖੋ ਜੀ ਇੰਨਾ ਸਮਾਂ ਹੋ ਗਿਆ ਜੀ। ਸੋ ਇੱਦਾਂ ਦੇ ਕਾਫੀ ਕੁਝ ਹੈ। ਮੰਜ਼ਿਲ ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਹੈ ਜੀ, ਕਾਫੀ ਕੁਛ ਹੀ ਆ। ਹਾਂਜੀ ਜੀ, ਇਹ ਮੰਜ਼ਿਲ ਤੇ ਜਾਣ ਜੋ ਰਾਹਾਂ ਦੀ ਤਲਾਸ਼ ਹੈ, ਸਾਨੂੰ ਤੁਸੀਂ ਇੱਕ ਵਾਰੀ ਗੁਣਗੁਣਾ ਜੀ ਜ਼ਰੂਰ 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 ਜੀ। ਮੰਜ਼ਿਲ ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਏ, ਮੰਜ਼ਿਲ ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼ ਏ। ਪਰ ਤੇ ਨਹੀਂ ਜੋ ਨਿੱਕੀ ਉਮਰੇ ਛੱਡ ਗਏ, ਪਰ ਤੇ ਨਹੀਂ ਜੋ ਨਿੱਕੀ ਉਮਰੇ ਛੱਡ ਗਏ। ਸੁੱਖ ਦੇ ਸਾਹਾਂ ਦੀ ਤਲਾਸ਼, ਮੰਜ਼ਿਲ ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼। ਜ਼ਿੰਦਗੀ ਨਾ ਲਾਈ ਦੌੜ ਮੈਂ ਬਾਈ ਰੋਡ, ਦੌੜ ਮੇਰੀ ਜਾਰੀ ਏ। ਜ਼ਿੰਦਗੀ ਨਾ ਲਾਈ ਦੌੜ ਮੈਂ ਬਾਈ ਰੋਡ, ਦੌੜ ਮੇਰੀ ਜਾਰੀ ਏ। ਜਿੰਦ ਟੱਕੇ ਡੋਲੇ ਖਾਂਦੀ ਏ, ਜਿਵੇਂ ਰੋਡਵੇਜ਼ ਦੀ ਲਾਰੀ ਏ। ਜਿੰਦ ਟੱਕੇ ਡੋਲੇ ਖਾਂਦੀ ਏ, ਜਿਵੇਂ ਰੋਡਵੇਜ਼ ਦੀ ਲਾਰੀ ਏ। ਸਮਿਆਂ ਨਾਲ ਸਾਰ ਸਾਰ ਕੇ ਜਿੱਤ ਜਾਣਾ ਹਾਰ ਹਾਰ ਕੇ, ਸਮਿਆਂ ਨਾਲ ਸਾਰ ਸਾਰ ਕੇ ਜਿੱਤ ਜਾਣਾ ਹਾਰ ਹਾਰ ਕੇ। ਜਿੱਤ ਹਾਰਾਂ ਕਰਕੇ ਖਾਸੇ, ਜਿੱਤ ਹਾਰਾਂ ਕਰਕੇ ਖਾਸੇ। ਮੰਜ਼ਿਲ ਤੇ ਜਾਣ ਜੋ ਉਹਨਾਂ ਰਾਹਾਂ ਦੀ ਤਲਾਸ਼। ਜੀ
ਦੀਪ ਜੀ, ਮੰਜ਼ਿਲ ਤੇ ਜਾਣ ਯੋਜਨਾ ਰਾਹਾਂ ਦੀ ਤਲਾਸ਼ ਇਹ ਤਲਾਸ਼ ਜਿਹੜੀ ਤੁਹਾਡੀ ਆ ਹਜੇ ਤੱਕ ਜਾਰੀ ਆ। ਮੰਜ਼ਿਲ ਦਾ ਕੋਈ ਟੀਚਾ ਮਿੱਥਿਆ ਕਿੱਥੇ ਤੱਕ ਇਸ ਵਕਤ ਦੀਪ ਕਤਨੌਰੀਆ ਜੀ ਦੀ ਮੰਜ਼ਿਲ ਜਿਹੜੀ ਆ ਉਹ ਦਿਸ ਰਹੀ ਲਾਗੇ? ਕਦੀ ਨਹੀਂ ਅੱਜ ਤੱਕ ਮੈਂ ਟੀਚਾ ਦੇਖਿਆ, ਸੱਚ ਦੱਸਾਂ ਤਾਂ, ਕਿਉਂਕਿ ਕਦੀ ਸੋਚਿਆ ਨਹੀਂ ਸੀਗਾ ਕਿ ਜ਼ਿੰਦਗੀ 'ਚ ਇੰਨੀ ਦੂਰ ਤੱਕ ਮੈਂ ਆ ਜਾਣਾ ਜੀ। ਸੱਚ ਦੱਸਾਂ ਤਾਂ ਜੀ। ਕਿਉਂਕਿ ਪਹਿਲੇ ਤਾਂ ਮੈਂ ਡਰਾਕਲ ਜਿਹਾ ਰਿਹਾ ਸ਼ੁਰੂ ਤੋਂ, ਐਵੇਂ ਕਹਾਂ ਤੈਨੂੰ ਜੀ ਕਿ ਕਦੀ ਨਹੀਂ ਸੋਚਿਆ ਸੀ ਗਾਊਂਗਾ ਜੀ। ਗਾਉਣਾ ਵੀ ਧੱਕੇ ਨਾਲ ਚੱਲਦਾ ਰਿਹਾ। ਪਹਿਲੇ ਤਾਂ ਸ਼ੌਂਕ ਨਾਲ ਹੀ ਲੱਗਾ ਰਿਹਾ ਕਿ ਯਾਰ ਲੋਕਾਂ ਤੋਂ ਵਾਹਵਾ ਹੀ ਕਰਕੇ ਲੱਗੇ ਰਹੇ। ਉਸ ਤੋਂ ਬਾਅਦ ਇੱਕ ਸਮਾਂ ਆਇਆ ਕਿ ਜਦੋਂ ਮਤਲਬ ਕੋਈ ਸੋਚਿਆ ਨਹੀਂ ਮੈਂ ਲਿਖਣ ਵੀ ਲੱਗ ਪੈਣਾ ਹੈ ਜੀ। ਜੋ ਲਿਖਣ ਲੱਗਾ ਇਹਦੀ ਭੁੱਖ ਲੱਗੀ ਜੀ। ਜਦੋਂ ਲਿਖਣ ਲੱਗੇ ਹੁਣ ਇਹ ਗੀਤ ਨਹੀਂ ਜੀਣ ਦਿੰਦੇ ਮੈਨੂੰ, ਕਹਿ ਲਓ। ਅੱਛਾ, ਮਤਲਬ ਤੁਹਾਡੀ ਜਿਹੜੀ ਤੁਸੀਂ ਸ਼ਬਦ ਬੋਲ ਰਹੇ ਲਿਖ ਵੀ ਸਾਰੇ ਆਪ ਰਹੇ? ਇਹ ਸਾਰੇ ਮੇਰੇ ਹੀ ਲਿਖੇ, ਜਿੰਨੇ ਵੀ ਜਿੰਨੇ ਵੀ ਹੈਗੇ ਕਾਫੀ ਮੇਰੇ ਹੋਰ ਲਿਖੇ ਹੋਏ ਆ। ਔਰ ਮੈਂ ਲਿਖਦਾ ਵੀ ਉੱਦਾਂ ਹੀ ਆ, ਸੁਭਾਵਿਕ ਜਿਹਾ, ਜਿੱਦਾਂ ਕਿ ਮਤਲਬ ਕਿ ਕੀ ਵਿਸ਼ਾ ਹੋਣਾ ਮੈਨੂੰ ਮਤਲਬ ਇਹ ਨਹੀਂ ਦੇਖਿਆ ਕਿ ਦੁਨੀਆ 'ਚ ਕਮਰਸ਼ੀਅਲ ਕੀ ਚੱਲ ਰਿਹਾ, ਇੱਦਾਂ ਦਾ ਮੈਂ ਕਦੀ ਨਹੀਂ ਸੋਚਦਾ ਹੈਗਾ। ਮੈਨੂੰ ਇਹ ਕਿ ਐਟਲੀਸਟ ਕਮ ਸੇ ਕਮ ਮੈਨੂੰ ਚੰਗਾ ਲੱਗੇ, ਕਿਉਂਕਿ ਜਿੰਨਾ ਕਿ ਮੈਂ ਓਬਜ਼ਰਵ ਕੀਤਾ ਨਾ ਅੱਜ ਤੱਕ ਮਿਊਜ਼ਿਕ ਨੂੰ, ਮੈਨੂੰ ਚੰਗਾ ਮਿਊਜ਼ਿਕ ਚੰਗਾ ਲੱਗਾ ਹੈ। ਉਹਦੇ ਵਿੱਚ ਮੈਨੂੰ ਇਹ ਨਹੀਂ ਕਿ ਲੱਗਾ ਕਿ ਹਾਂ ਯਾਰ ਇਹਦੀ ਕਿ ਲੌਂਗ ਟਰਮ ਕੋਈ ਪੈਸਾ ਕਮਾਉਣਾ ਕਿੰਨਾ ਹੋਊਗਾ ਕੀ ਹੋਊਗਾ, ਪਰ ਕਈ ਗੀਤ ਇੱਦਾਂ ਮੇਰੇ ਮਨਾਂ 'ਚ ਵਸੇ ਆ। ਜਦੋਂ ਵਸੇ ਆ ਤਾਂ ਫਿਰ ਲਿਖਣ ਵੀ ਜਦੋਂ ਮੈਂ ਲੱਗਾ ਆ ਉਦੋਂ ਵੀ ਮੈਂ ਆਪਣੇ ਆਪ ਨੂੰ ਪਹਿਲੇ ਤਸੱਲੀ ਮੇਰੀ ਹੋਣੀ ਚਾਹੀਦੀ ਹੈ, ਪਹਿਲੇ ਆਡੀਅנס ਖੁਦ ਮੈਂ ਹੀ ਸਮਝਦਾ ਆਪਣੇ ਆਪ ਨੂੰ। ਉਸ ਤੋਂ ਬਾਅਦ ਜਦੋਂ ਮੈਨੂੰ ਇੰਡੀਕੇਸ਼ਨ ਆ ਜਾਂਦੀ ਹੈ ਕਿ ਹਾਂ ਯਾਰ ਠੀਕ ਹੈ, ਅੰਦਰੋਂ ਇੱਕ ਰਸ ਆਉਂਦਾ, ਹਾਂ ਰਸ ਹੈ ਵੀ ਇਸ ਗੱਲ 'ਚ ਹੈ ਦਮ, ਫਿਰ ਮੈਨੂੰ ਉਹਦਾ ਆਨੰਦ ਮੈਂ ਮਤਲਬ ਜਦੋਂ ਖੁਦ ਲੈ ਲਿਆ ਫਿਰ ਮੈਨੂੰ ਲੱਗਦਾ ਕਿਸੇ ਨੂੰ ਵੀ ਚੰਗਾ ਲੱਗੂ ਸੁਣਨ ਨੂੰ। ਸੋ ਜੋ ਤੁਸੀਂ ਕਹਿ ਰਹੇ ਕਿ ਲਕਸ਼ ਮੈਨੂੰ ਪਰਮਾਤਮਾ ਦੇ ਹੱਥ ਰੱਖਿਆ ਵੀ ਕੀ ਤੂੰ ਮੈਨੂੰ ਕਿੱਥੇ ਰੱਖਦਾ ਹੈ, ਕਿਉਂਕਿ ਮੈਂ ਤਾਂ ਗਜ਼ਲਾਂ ਵੀ ਗਾਈਆਂ, ਮੈਂ ਕਵਾਲੀਆਂ ਨੂੰ ਵੀ ਮਾੜਾ ਮਤਲਬ ਕਰ ਲੈਣਾ ਕਿ ਜਦੋਂ ਮਾਹੌਲ ਹੋਵੇ ਤਾਂ, ਕਿਉਂਕਿ ਉਹਨਾਂ ਨੂੰ ਸੁਣਿਆ ਆ, ਉਹਦਾ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਆ, ਬਾਲੀਵੁੱਡ ਦੇ ਗੀਤਾਂ ਨੂੰ, ਪੰਜਾਬੀ ਹਿੰਦੀਆਂ ਨੂੰ, ਪਰ ਹਾਲੇ ਤੱਕ ਹੁਣ ਜਿੱਥੇ ਕਦੀ ਵੀ ਜ਼ਿੰਦਗੀ 'ਚ ਦੇਖੋ ਵੀ ਕੀ ਕੰਮ ਲੈਂਦਾ ਇੱਕ ਕੁਦਰਤ ਮੇਰੇ ਤੋਂ। ਕਦੀ ਜਿਹੜੀ ਤੁਸੀਂ ਲਿਖਤਾਂ ਲਿਖਦੇ ਹੋ, ਆਪ ਗਾਉਂਦੇ ਹੋ, ਕਦੀ ਕਿਸੇ ਵੱਡੇ ਕਲਾਕਾਰ ਨੇ ਕਿੰਨਾ ਰਾਬਤਾ ਹੋਇਆ ਹੋਵੇ ਜਾਂ ਕਿਸੇ ਨੇ ਮੰਗ ਕੀਤੀ ਹੋਵੇ, ਜਾਂ ਕਦੀ ਤੁਸੀਂ ਪਹੁੰਚ ਕੀਤੀ ਹੋਵੇ ਕਿਸੇ ਵੱਡੇ ਕਲਾਕਾਰ ਨੂੰ ਕੋਈ ਵੱਡੀ ਲਿਖਤ ਦੇ ਕੇ ਅੱਜ ਦੇ ਜ਼ਮਾਨੇ ਦੇ ਮੁਤਾਬਕ ਅੱਗੇ ਵਧਿਆ ਜਾਵੇ, ਇੱਦਾਂ ਦੀ ਹੋਈ ਕਦੀ ਕੋਈ? ਨਹੀਂ, ਮੈਂ ਕੋਸ਼ਿਸ਼ ਕੀਤੀ ਆ ਕਿ ਮਤਲਬ ਇੱਦਾਂ ਹੋ ਸਕੇ, ਪਰ ਐਕਚੁਅਲੀ ਜਿਨ੍ਹਾਂ ਲੋਕਾਂ ਨੇ ਮੇਰੇ ਤੱਕ ਗੱਲ ਕੀਤੀ ਆ ਕਿ ਹਾਂ ਸਾਨੂੰ ਦੇ ਦਿਓ, ਮੈਨੂੰ ਇੱਦਾਂ ਹੋਣਾ ਚਾਹੀਦਾ ਕਿ ਜਸਟਿਸ ਹੋਵੇ ਇਸ ਚੀਜ਼ ਨਾਲ। ਮੈਨੂੰ ਪੈਸੇ ਦਾ ਇੱਡਾ ਨਹੀਂ ਹੈਗਾ, ਲਿਖੀ ਹੋਈ ਲਿਖਤ ਨਾਲ ਜਸਟਿਸ ਹੋਣੀ ਚਾਹੀਦੀ। ਮੈਨੂੰ ਇਹ ਨਹੀਂ ਹੈਗਾ ਕਿ ਹਾਂ ਕਿ 4 ਪੈਸੇ ਮਿਲਣ, ਮੈਨੂੰ ਲੱਗੇ ਕਿ ਯਾਰ ਜੇ ਜਾਂ ਤਾਂ ਉਹਦਾ ਕਿਸ ਲੈਵਲ ਹੋਵੇ ਉਹਦਾ ਗਾਉਣ ਦਾ, ਉਹ ਕੰਪੋਜੀਸ਼ਨ ਨੂੰ ਸਮਝ ਸਕੇ, ਉਹਦੀ ਫੀਲ ਨੂੰ ਸਮਝ ਸਕੇ, ਫਿਰ ਤਾਂ ਮੈਂ ਉਹਨੂੰ ਭਾਵੇਂ ਮਤਲਬ ਪੈਸੇ ਮੈਂ ਛੋਟਾ ਵੱਡਾ ਨਹੀਂ ਸਮਝਦਾ, ਫਿਰ ਤਾਂ ਦੇ ਦਈਏ। ਪਰ ਜਦੋਂ ਤੁਸੀਂ ਉਹਦੇ ਨਾਲ ਜਸਟਿਸ ਨਹੀਂ ਕਰੋਗੇ ਤਾਂ ਮੈਂ ਤਾਂ ਯਕੀਨ ਕਰੋ ਮੈਂ ਕਦੀ 1 ਮਿੰਟ 'ਚ ਗਾਣਾ ਨਹੀਂ ਲਿਖ ਹੁੰਦਾ ਮੇਰੇ ਤੋਂ, ਨਾ 10 ਮਿੰਟਾਂ 'ਚ ਜੇ ਮੈਂ ਕਹਾਂ ਤਾਂ ਉਹਦੀ ਪਿੱਛੇ ਦਾ ਮੇਰੀ ਜਿਹੜੀ ਪੂਰੀ ਕਹਾਣੀ ਸੋਚੀ ਜਾਂ ਕਿੱਦਾਂ ਖਿਆਲਾਂ 'ਚ ਮੈਂ ਰਿਹਾ, ਉਹ ਸਮਾਂ ਮੈਨੂੰ ਪਤਾ ਕਿੱਦਾਂ। ਔਰ ਮੈਂ ਸੋਚਦਾ ਨਹੀਂ ਇੱਦਾਂ ਨਹੀਂ ਭੰਗ ਦੇ ਭਾੜੇ ਕੋਈ ਚੀਜ਼ ਚੱਲ ਜਾਵੇ। ਤਾਂ ਜਿਹੜੇ ਵੱਡੇ ਕਲਾਕਾਰ ਆ ਉਹਨਾਂ ਤੱਕ ਸੱਚ ਦੱਸੋ ਕਿ ਪਹੁੰਚ ਨਾ ਹੋਣ ਕਰਕੇ ਹੀ ਤਾਂ ਮਤਲਬ ਪਹੁੰਚ ਬਣਾਉਣੀ ਬੜੀ ਔਖੀ, ਹਾਂ ਬਹੁਤ ਔਖੀ ਹੈ, ਸਹੀ ਗੱਲ ਹੈ। ਔਰ ਉਸ ਤੋਂ ਇਲਾਵਾ ਕਿ ਮੇਰੇ ਆਪਣੇ ਇੱਕ ਇੱਦਾਂ ਦਾ ਜ਼ਿੰਦਗੀ ਦਾ ਆਪਣੀ ਜ਼ਿੰਦਗੀ ਕਿਸੇ ਹੋਰ ਹੀ ਲੀਹ 'ਤੇ ਉਤਰੀ ਪਈ ਆ ਕਿ ਤੁਸੀਂ ਘਰ ਦਾ ਵੀ ਚਲਾਉਣਾ ਹੈ, ਤੁਸੀਂ ਕੰਮ ਵੀ ਕਰਨਾ, ਮੈਂ ਤਾਂ ਟਾਈਮ ਮੈਂ ਰਿਆਜ਼ ਕਰਨਾ ਹੀ ਇੱਕ ਲਕਸ਼ ਦੇ ਉੱਤੇ ਆ ਕੇ ਟਿਕਾ ਲਿਆ ਕਿ ਕਮ ਸੇ ਕਮ ਹੋਰ ਤੂੰ ਕੱਖ ਨਹੀਂ ਕਰਨਾ ਨਾ, ਤਾਂ ਰਿਆਜ਼ ਹੀ ਕਰੀ ਚੱਲ। ਨਿੱਜੀ ਸਵਾਲ ਵੀ ਦੀਪ ਜੀ ਤੁਹਾਡਾ ਜੋੜ ਲੈਂਦੇ, ਮਤਲਬ ਜ਼ਿੰਦਗੀ ਜਿਹੜੀ ਕਹਿੰਦੇ ਹੁੰਦੇ ਆ ਜਦੋਂ ਆਪਾਂ ਜਿਉਣਾ ਆ ਤੇ ਰੋਜ਼ਮਰਰਾ ਦੀ ਜ਼ਿੰਦਗੀ ਚਲਾਉਣ ਲਈ ਅੱਜ ਕੱਲ੍ਹ ਫਿਰ ਆਰਥਿਕ ਤੌਰ ਤੇ ਕੀ ਆਪਣਾ ਕੋਈ ਕਾਰੋਬਾਰ ਕਰਦੇ ਜਾਂ ਕੋਈ? ਜੀ ਮੈਂ ਜੌਬ ਕਰਦਾ ਜੀ, ਪ੍ਰਾਈਵੇਟ ਜੌਬ ਕਰ ਰਿਹਾ ਮੈਂ ਜੀ। ਉਸੇ ਹੀ ਕਾਰਨ ਇੱਕ ਰਿਆਜ਼ ਕਰਨਾ ਔਰ ਇੱਕ ਮਾੜਾ ਮੋਟਾ ਕੀ ਕਹਿੰਦੇ ਨੂੰ ਆਪਣੇ ਆਪ ਨੂੰ ਥੋੜ੍ਹਾ ਜਿਹਾ ਫਿਜ਼ੀਕਲੀ ਰੱਖਣ ਦੀ ਕੋਸ਼ਿਸ਼ ਕਰਨਾ, ਕਿਉਂਕਿ ਜਿੱਦਾਂ ਉਮਰ ਦੇ ਪੜਾਅ ਹੋਣੇ, ਇਹ ਵੀ ਇੱਕ ਤੁਹਾਡੇ ਨੂੰ ਇੱਕ ਕਹਿ ਲਓ ਕਿ ਇਹਦੇ ਨਾਲ ਤੁਹਾਡੇ ਲੜਨਾ ਪੈਣਾ ਇਸ ਚੀਜ਼ਾਂ ਨਾਲ। ਸੋ ਇਸ ਕਰਕੇ ਰਿਆਜ਼ 1 ਨੰਬਰ 'ਤੇ ਤਰਜੀਹ ਹੈ ਮੇਰੀ ਕਿ ਰਿਆਜ਼ ਕਰੀ ਚਲੋ, ਕੀ ਪਤਾ ਕੱਲ੍ਹ ਨੂੰ ਕਦੋਂ, ਕਿਉਂਕਿ ਮੇਰੇ ਤੋਂ ਟਾਈਮ ਕੰਮ 'ਤੇ ਹੁੰਦਾ, ਜੌਬ ਦੇ ਉੱਤੇ ਹੁੰਦਾ ਆ, ਰਿਆਜ਼ ਕਰ ਲਓ, ਜੌਬ ਕਰ ਲਓ। ਅਤੇ ਇਹ ਚੀਜ਼ਾਂ ਤੋਂ ਇਲਾਵਾ ਇੰਨੀ ਮੇਰੇ ਤੋਂ ਹੋਰ ਸਰਮਾਇਆ ਨਹੀਂ ਹੈਗਾ ਕਿ ਮੈਂ ਘਰ ਬਹਿ ਕੇ ਮੈਂ ਲੱਭਣ ਚੱਲ ਜਾਵਾਂ ਤਾਂ ਮੇਰੇ ਤੋਂ ਪੈਸਾ ਹੈਗਾ ਵੀ, ਕਿਰਾਇਆ ਵੀ ਹੈਗੇ ਆ, ਔਰ ਪਿੱਛੇ ਟੈਨਸ਼ਨ ਕੋਈ ਨਹੀਂ ਹੈਗੀ ਕਿ ਹਾਂ ਯਾਰ ਕੋਈ ਚਲੇ ਜਾਣਾ। ਮੈਨੂੰ ਜੌਬ ਦੇ ਨਾਲ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਦਾਂ ਦਾ, ਜਿੱਦਾਂ ਕਹਿ ਲਓ ਕਿ ਕੁਛ ਲੋਕ ਹੁੰਦੇ ਆ ਕਿ ਯਾਰ ਸਾਨੂੰ ਉਹਦਾ ਦਾ ਇਨਵਾਇਰਮੈਂਟ ਨਹੀਂ ਮਿਲਦਾ। ਇਹ ਲੋਕ ਅੱਜ ਕੱਲ੍ਹ ਲੋਕ ਆਮ ਕਹਿਣ ਲੱਗ ਪਏ ਆ ਇਨਵਾਇਰਮੈਂਟ, ਇਹ ਸਿਰਫ ਇੱਕ ਗੱਲਾਂ ਹੈ ਕਹਿਣ ਦੀਆਂ। ਮੈਨੂੰ ਅੱਜ ਤੱਕ ਇਹੀ ਹੈ ਕਿ ਮੈਂ 2 ਚੀਜ਼ਾਂ ਵੱਲ ਤੁਰਦਾ ਹਾਂ, ਕਿਉਂਕਿ ਮੇਰੀ ਐਕਚੁਅਲੀ ਇਨਵਾਇਰਮੈਂਟ ਮੇਰੇ ਤੋਂ ਨਹੀਂ ਹੈਗਾ ਦੇਖਿਆ ਜਾਵੇ ਤਾਂ, ਕਿਉਂਕਿ ਮੈਂ ਕਰਨਾ ਕੁਛ ਹੁੰਦਾ ਆ, ਧਿਆਨ ਮੇਰਾ ਕੁਛ ਹੁੰਦਾ ਹੈ, ਕਿਉਂਕਿ ਮੈਂ ਆਪਣੀ ਪਰਸਨਲ ਲਾਈਫ ਵੀ ਹੈਗੀ ਮੇਰੀ। ਸੋ ਇਸ ਕਰਕੇ ਜਿਹੜੇ ਬਿਲਕੁਲ ਮੈਂ ਮੇਰੇ ਤੋਂ ਫ੍ਰੀ ਨਹੀਂ ਹੁੰਦਾ ਮੈਂ ਜੀ। ਮਤਲਬ ਘਰ ਦੇ ਹਾਲਾਤ ਹਜੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਵੀ ਤੁਸੀਂ ਲੱਖਾਂ ਰੁਪਏ ਦੇ ਵੀਡੀਓ ਬਣਾ ਕੇ ਤਾਂ ਤੁਸੀਂ ਇਸ ਵੇਲੇ ਮਾਰਕੀਟ ਦੇ ਵਿੱਚ ਸਰਵਾਈਵ ਕਰ ਸਕੋ? ਬਿਲਕੁਲ ਜੀ, ਗੱਲ ਹੋਈ ਆ, ਉੱਦਾਂ ਹਾਲਾਤ ਨਹੀਂ ਦਿੰਦੇ। ਔਰ ਦੂਸਰੀ ਗੱਲ, ਮੈਨੂੰ ਪਤਾ ਕਿ
ਤੁਹਾਨੂੰ ਅੱਗੇ ਦੱਸ ਕੇ ਹਟਿਆ ਕਿ ਇੰਡਸਟਰੀ ਇਦਾਂ ਦੀ ਹੈ ਕਿ ਬਹੁਤ ਪੈਸਾ ਚਾਹੀਦਾ। ਜੀ ਇਹ ਤਾਂ ਜ਼ਿਆਦਾ ਤੁਹਾਨੂੰ ਕੋਈ ਪਲੇਟਫਾਰਮ ਜਾਂ ਕੋਈ ਤੁਹਾਨੂੰ ਆਬਜ਼ਰਵ ਕਰਕੇ ਦੇਖੇਗਾ ਬੰਦੇ 'ਚ ਗੱਲ ਹੈਗੀ ਆ, ਤੁਹਾਨੂੰ ਉਹ ਫਾਈਨੈਂਸ਼ਲੀ ਜਾਂ ਕਿੱਦਾਂ ਕੋਈ ਜਿੱਦਾਂ ਕਹਿ ਲਓ ਕਿ ਕੰਪਨੀਆਂ ਤੋਂ ਹੱਥ ਪਵੇ ਤਾਂ ਗੱਲ ਬਣਦੀ ਆ ਜੀ। ਤਾਂ ਨਹੀਂ ਤਾਂ ਜੇ ਤੁਸੀਂ ਕਹੋ ਕਿ ਅੱਜ ਦੇ ਸਮੇਂ ਵਿੱਚ ਤੁਸੀਂ ਸਿੰਗਰ ਵੀ ਹੋਣਾ ਚਾਹੀਦਾ, ਤੁਸੀਂ ਰਾਈਟਰ ਵੀ ਹੋਵੋ, ਤੁਸੀਂ ਫਾਈਨੈਂਸ਼ਲੀ ਵੀ ਤਕੜੇ ਹੋਵੋ, ਤੁਸੀਂ ਸਭ ਕੁਝ ਹੀ ਹੋਵੋ, ਫਿਰ ਤਾਂ ਤੁਸੀਂ ਮਤਲਬ ਕਹਿ ਲਓ ਕਿ ਪਲੇਟ 'ਤੇ ਸਭ ਕੁਝ ਬਣ ਕੇ ਆ ਗਿਆ। ਜੀ। ਔਰ ਜੇ ਮੈਨੂੰ ਲੱਗਦਾ ਕਿ ਜੇ ਇੱਦਾਂ ਦਾ ਮੈਂ ਹੁੰਦਾ ਤਾਂ ਸ਼ਾਇਦ ਮੈਂ ਗਾਣਾ ਵੀ ਨਹੀਂ ਲਿਖਿਆ ਹੋਣੇ, ਕਿਉਂਕਿ ਜੋ ਹਾਲਾਤ ਹੈ ਨਾ ਇਹ ਹੰਢਾ ਕੇ ਲਿਖ ਹੋਏ ਆ। ਮੇਰੇ ਤੋਂ ਮੈਂ ਕਿਤਾਬਾਂ ਪੜ੍ਹ ਕੇ ਨਹੀਂ ਲਿਖ ਹੋਇਆ ਜੀ। ਅੱਜ ਤੱਕ ਜੇ ਤੁਸੀਂ ਕਹੀਏ ਕਿ ਬਹੁਤ ਕਿਤਾਬਾਂ ਪੜ੍ਹੀਆਂ ਔਰ ਮੈਂ ਲਿਟਰੇਚਰ ਜ਼ਿਆਦਾ ਬਹੁਤ ਮੇਰੇ ਮੂੰਹ 'ਤੇ ਚੜ੍ਹੇ ਆ, ਨਹੀਂ ਹੈਗਾ। ਜ਼ਿੰਦਗੀ ਦੇ ਜੋ ਹੰਢਿਆ ਆ ਉਹ ਛਪ ਗਈਆਂ ਗੱਲਾਂ ਆ। ਮੈਂ ਸੋਚਦਾ ਕਿ ਅਗਰ ਜੇ ਤੂੰ 10-15 ਸਾਲ ਪਹਿਲਾਂ ਜਦੋਂ ਮੈਂ ਰਾਈਟਰ ਨਹੀਂ ਸੀਗਾ, ਅਗਰ ਜੇ ਮੈਂ ਕੋਈ ਗੀਤ ਗਾ ਲਿਆ ਹੁੰਦਾ ਮੈਨੂੰ ਲੱਗਦਾ ਨਹੀਂ ਸੀਗਾ ਕਿ ਮੈਂ ਕੁਛ ਮੈਨੂੰ ਕਿਸੇ ਲੋਕਾਂ ਨੇ ਚੰਗਾ ਵੀ ਕਹਿਣਾ ਸੀ, ਕਿਉਂਕਿ ਉਹ ਇੱਕ ਅੱਖਰ ਆ, ਅੱਖਰਾਂ ਤੁਸੀਂ ਗਾਤਾ ਇੱਦਾਂ ਦੇ ਤੁਸੀਂ ਸਿਮਿਲਰ ਬਹੁਤ ਲੋਕ ਸਿੰਗਰ ਇੱਦਾਂ ਦੇ ਹੈਗੇ ਆ, ਕਹਿਣਾ ਯਾਰ ਇੱਕ ਉਹ ਵੀ ਸੀਗਾ ਉਹਦੇ ਵਰਗਾ ਹੀ ਹੈ ਹੈ ਨਾ। ਜਦੋਂ ਤੁਸੀਂ ਕੀ ਕਹਿੰਦੇ ਹੋ ਇੱਦਾਂ ਦੀ ਜ਼ਿੰਦਗੀ ਹੰਢਾ ਕੇ ਤੁਸੀਂ ਸ਼ਾਇਰ ਬਣ ਕੇ ਆਉਂਦੇ ਆ, ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਤੁਹਾਡੇ ਨਿੱਜੀ ਅਨੁਭਵ ਆ ਉਹ ਗੀਤ ਦਾ ਰੂਪ ਲੈ ਲੈਂਦੇ ਆ। ਉਹ ਫਿਰ ਉਹਦਾ ਇੱਕ ਆਪਣੀ ਤਾਕਤ ਆ ਜਿਹੜੀ ਮੈਨੂੰ ਲਈ ਫਿਰਦੀ ਆ ਤੁਹਾਡੇ ਤੱਕ ਪਹੁੰਚ ਜਾਂ ਕਿਤੇ ਵੀ ਤੱਕ ਪਹੁੰਚ ਮੇਰੀ, ਇਹ ਉਹਨਾਂ ਦਾ ਹੀ ਮੈਨੂੰ ਪੁਸ਼ ਕਰ ਰਿਹਾ ਕਿ ਯਾਰ ਨਹੀਂ ਜੀ ਤੂੰ ਐਡੀ ਵੀ ਗੱਲ ਨਹੀਂ ਹੈਗੀ, ਠੀਕ ਹੈ। ਬਾਕੀ ਹੈ ਕਿ ਚਲੋ ਹੱਥ ਨਹੀਂ ਪਿਆ ਉਹ ਗੱਲ ਮੌਜ ਹੈ ਮਾਰਕ ਦੀ। ਜੀ ਦੀਪ ਜੀ, ਤੁਹਾਡੀ ਆਤਮ ਕਥਾ ਜ਼ਿੰਦਗੀ ਦੀ ਸੁਣ ਕੇ ਤੇ ਤੁਹਾਡੀ ਇੱਕ ਸੁਰੀਲੀ ਆਵਾਜ਼ ਦੇ ਧਨੀ ਤੁਹਾਨੂੰ ਕੁਦਰਤ ਨੇ ਬਣਾਇਆ ਆ। ਲਿਖਤ ਦੀ ਜਿਹੜੀ ਆ ਉਹਦੇ ਵਿੱਚ ਬਹਿ ਕੇ ਲਿਖਣਾ, ਉਹਨੂੰ ਆਪਣੇ ਆਪ ਦੇ ਵਿੱਚ ਇੱਕ ਮਹਿਸੂਸ ਕਰਕੇ ਲਿਖਣਾ, ਲਿਖਤ 'ਤੇ ਵੀ ਤੁਹਾਡੇ ਜਿਹੜੀ ਆ ਇਸ ਵਕਤ ਬਿਲਕੁਲ ਪੂਰੀ ਛਾਪ ਦਿਸ ਰਹੀ ਆ। ਕੁਛ ਜਾਂਦੇ ਜਾਂਦੇ ਕੁਛ ਸਤਰਾਂ। ਜੀ ਜ਼ਰੂਰ। ਉਹ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ, ਉਹ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ, ਜੇ ਹੋਵੇ ਨਾ ਯਕੀਨ ਬੇਸ਼ੱਕ ਚਾਹੇ ਪੁੱਛ ਲਈ, ਨਾਵਾਂ ਤੋਂ ਨਾ ਬਾਵਾਂ ਤੋਂ ਤੱਕ ਚੜ ਜਾਂਦੇ ਸੀ ਜੋ ਚਾਵਾਂ ਤੋਂ, ਮਹਿਫਲਾਂ ਤੇ ਕੀਤੇ ਅਹਿਸਾਨ ਬੜੇ, ਰੁਸ਼ਨਾਏ ਚਿਹਰੇ ਸੀ ਬੇਜਾਨ ਬੜੇ, ਵਸੀ ਦਿਲਾਂ 'ਚ ਸੀ ਰੂਏ ਇਹਨਾਂ ਹੱਥਾਂ ਨਾਲ ਛੂਏ ਅਸਮਾਨ ਬੜੇ, ਦੇਖਾਂ ਤਾਂ ਸਭ ਕੁਝ ਏ ਸੋਚਾਂ ਤਾਂ ਹੁਣ ਹੈ ਨਹੀਂ ਕੁਛ ਵੀ, ਹੋ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ, ਉਹ ਜ਼ਮਾਨੇ ਦਾ ਗਵਾਵੇਂ ਨਾਨੇ ਨਾਨੀ ਦਾ ਸੀ ਚਾਵੇਂ, ਦੋਵੇਂ ਮੁੱਕ ਗਏ ਹੱਥ ਅੱਖਾਂ ਤੇ ਤੁਰਾ ਕੇ, ਆਪ ਖੋਰੇ ਕਿੱਥੇ ਜਾ ਕੇ ਦੋਵੇਂ ਲੁਕ ਗਏ, ਹਿੱਸੇ ਦੀ ਉਹ ਪਾਨ ਮੇਰੀ ਨਾ ਲੱਭਿਓ ਦੁਕਾਨ ਮੇਰੀ, ਜਿਹਦੇ ਪੱਕੇ ਸਿਗੇ ਗਾ ਕੇ ਆਉਂਦੇ ਮੇਰੇ ਨਿੱਕੇ ਸਾਥ ਕਿੱਥੇ ਰੁਕ ਗਏ, ਉਹ ਹੁਣ ਤਾਂ ਕਬਜ਼ੇ ਹੀ ਨੇ ਰਿਸ਼ਤੇ ਤਾਂ ਹੈ ਹੀ ਨਹੀਂ ਕੁਛ ਵੀ, ਹੋ ਕਦੇ ਹੁੰਦੇ ਸੀ ਹੁਣ ਹੈ ਨਹੀਂ ਕੁਛ ਵੀ। ਦੀਪ ਜੀ, ਪੰਜਾਬੀ ਨੈਸ਼ਨਲ ਅਦਾਰਾ ਤੁਹਾਡੀ ਕਾਮਯਾਬੀ ਦੀ ਕਾਮਨਾ ਕਰਦਾ। ਬਹੁਤ ਮਿਹਰਬਾਨੀ ਸਰ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ। ਤੁਸੀਂ ਸਾਡੇ ਵਰਗੇ ਨਿਮਾਣੇ ਜਿਹੇ ਕਲਾਕਾਰਾਂ ਨੂੰ ਸਪੋਰਟ ਕਰਦੇ ਹੋ, ਸੋ ਬਹੁਤ ਧੰਨਵਾਦ, ਮਿਹਰਬਾਨੀ ਜੀ। ਜੀ, ਤੁਸੀਂ ਦੇਖ ਰਹੇ ਸੀ ਦੀਪ ਕਤਨੌਰੀਆ ਜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ। ਤੁਹਾਨੂੰ ਇਹ ਪ੍ਰੋਗਰਾਮ ਸਾਡਾ ਕਿਵੇਂ ਦਾ ਲੱਗਾ ਇੱਕ ਟਿੱਪਣੀ ਕਰਕੇ ਜ਼ਰੂਰ ਦੱਸਣਾ ਤੇ ਪ੍ਰੋਗਰਾਮ ਨੂੰ ਸ਼ੇਅਰ ਕਰਨਾ।